ਭਗਤ ਜੱਲਣ ਜੀ ਮਨ ਵਿੱਚ ਇੱਛਾ ਆ ਗਈ ਕਿ ਮੈਂ ਕੁਛ ਦਿਹਾੜੀਆਂ ਕਰਾਂ, ਕੰਮ ਵੀ ਕਰਕੇ ਦੇਖਾਂ। ਕੰਮ ਕਰਨ ਦੀ ਮਨ ਵਿੱਚ ਇੱਛਾ ਆਈ। ਲਾਹੌਰ ਸ਼ਹਿਰ ਵਿੱਚ ਚਲੇ ਗਏ ਤੇ ਸੇਠ ਜਿਹੜਾ ਬਹੁਤ ਵੱਡੀ ਹਵੇਲੀ ਬਣਾ ਰਿਹਾ ਸੀ, ਜਾ ਕੇ ਕੰਮ ਦੀ ਮੰਗ ਕੀਤੀ। ਉੱਥੇ ਇੱਕ ਮੁਨੀਮ ਸੀ ਜਿਹੜਾ ਕੰਮ ਕਰਵਾ ਰਿਹਾ ਸਾਰਿਆਂ ਤੋਂ। ਜਿਹੜਾ ਕੰਮ ਕਰਵਾ ਰਿਹਾ ਸੀ ਬੜੇ ਕਬੋਲ ਬੋਲਦਾ ਸਾਰਿਆਂ ਨੂੰ, ਲਤਾੜਦਾ ਵੀ ਕਈ ਤਰ੍ਹਾਂ ਦੇ। ਪਰ ਭਗਤ ਜੱਲਣ ਜੀ ਦਾ ਪ੍ਰਤਾਪ ਦੇਖ ਕੇ ਤੇ ਹੱਥ ਵੀ ਬੜੇ ਬੰਨ੍ਹਦਾ। ਪੈਸੇ ਦੇਣ ਲੱਗਿਆ ਵੀ ਅੱਗੇ ਪਿੱਛੇ ਕਰਦਾ। 15 ਦਿਨ ਦਿਹਾੜੀ ਕੀਤੀਆਂ, ਪੈਸੇ ਲੈ ਕੇ ਮੁੜ ਪਏ। ਤੇ ਉਹ ਪੁੱਛਦਾ ਮੁਨੀਮ, ਮੈਂ ਕਬੋਲ ਵੀ ਬੋਲਦਾ ਕਿ ਤੂੰ ਗੁੱਸਾ ਨਹੀਂ ਕੋਈ ਮੰਨਦਾ? ਤੇਰਾ ਇਹ ਪਿਆਰ ਦੇਖ ਕੇ ਮੈਂ ਤੈਨੂੰ ਜੀ ਕਹਿਣ ਤੇ ਮਜਬੂਰ ਹੋ ਗਿਆ। ਇੰਨੇ ਚਿਰ ਨੂੰ ਭਗਤ ਜੱਲਣ ਜੀ ਨੇ ਬਚਨ ਕੀਤਾ, ਗੁਰਬਾਣੀ ਦਾ ਵਾਕ ਸਾਂਝਾ ਕੀਤਾ, ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਕਹਿੰਦੇ ਜਮ ਵੀ ਉਹਨਾਂ ਨੂੰ ਬੁਲਾਉਂਦੇ ਨਹੀਂ। ਤੇ ਦੱਸਿਆ ਮੁਨੀਮ ਨੂੰ, ਤੇਰੇ ਕੋਲੇ ਦਿਨ ਗਿਣਵੇਂ ਰਹਿ ਗਏ ਨੇ। ਜਦੋਂ ਤੂੰ ਜਾਵੇਂਗਾ, ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ, ਬਚਨ ਕਰਦਾ ਤੇਰਾ ਅੱਗਾ ਸਵਾਰ ਲਵਾਂ। ਜਦੋਂ ਸਮਾਂ ਬਣਿਆ, ਭਗਤ ਜੱਲਣ ਜੀ ਮਾਈ ਰਾਮ ਕੀ ਦੋਨੇ ਜਾ ਰਹੇ ਸਨ। ਸਵੇਰੇ ਅੰਮ੍ਰਿਤ ਵੇਲੇ 2 ਵਜੇ ਦਾ ਸਮਾਂ ਹੋਇਆ। ਭਗਤ ਜੱਲਣ ਜੀ ਨੇ ਆਵਾਜ਼ ਦਿੱਤੀ, ਰਾਮ ਕੀ ਹੱਥ ਬੰਨ੍ਹ ਕੇ ਖੜੀ ਹੋ ਗਈ ਸੇਵਾ 'ਚ। ਸੇਠ ਦੇ ਮੁਨੀਮ ਕੋਲੇ ਕੰਮ ਕੀਤਾ ਸੀ 15 ਦਿਨ। ਉਹ ਸਰੀਰ ਛੱਡ ਕੇ ਚੱਲਿਆ। ਜਾ ਕੇ ਉਹਦਾ ਉਧਾਰ ਕਰਵਾ ਦਿੱਤਾ। ਰਾਮ ਕੀ ਨੇ ਸਰੀਰ ਤਿਆਗਿਆ, ਗਈ ਧਰਮ ਰਾਜੇ ਨੂੰ ਹੁਕਮ ਕਰ ਦਿੱਤਾ। ਕੋਈ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਹੁਕਮ ਚੱਲਦੇ ਨੇ ਅੱਗੇ। ਜਦੋਂ ਹੁਕਮ ਕੀਤਾ ਤੇ ਧਰਮ ਰਾਜਾ ਖੜਾ ਹੋ ਗਿਆ, ਦੇਖ ਕੇ ਹੱਥ ਬੰਨੇ ਤੇ ਕਿਹਾ ਇਹਨਾਂ ਨੂੰ ਸੱਚਖੰਡ ਭੇਜ ਦੇ। ਮਹਾਰਾਜ ਅੱਗੇ ਬਚਨ ਵੀ ਆਉਂਦਾ, ਜਦੋਂ ਅੱਗੇ ਮਹਾਰਾਜ ਦਰਸ਼ਨ ਦੇਣੇ। ਭਗਤ ਜੱਲਣ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਕਈ ਤਰ੍ਹਾਂ ਦੇ ਵਰ ਵੀ ਦੇਣੇ। ਭਗਤ ਜੱਲਣ ਦਾ ਨਾਂ ਲੈਣ ਦੀ ਦੇਰ ਸੀ, ਸੇਠ ਦਾ ਆਵਾਗਾਉਣ ਮਿਟ ਗਿਆ। ਉਸ ਸਮੇਂ ਦੇ ਵਿੱਚ ਰਾਮ ਕੀ ਸਰੀਰ ਵਿੱਚ ਆਈ ਤੇ ਹੱਥ ਬੰਨੇ ਤੇ ਪ੍ਰੇਮ ਵਿੱਚ ਕਿਹਾ, ਆਪ ਜੀ ਦਾ ਜਿਹੜਾ ਹੁਕਮ ਸੀ ਮੈਂ ਉਹ ਵਜਾ ਆਈ। ਉਸ ਮੁਨੀਮ ਦਾ ਭਲਾ ਹੋ ਗਿਆ। ਭਗਤ ਜੱਲਣ ਜੀ ਕਹਿੰਦੇ ਤੂੰ ਆਉਣਾ ਨਹੀਂ ਸੀ, ਹੁਣ ਤੂੰ ਆ ਗਈ ਆ। ਲੋਕ ਤੈਨੂੰ ਸਵਾਲ ਪੁੱਛਣਗੇ ਕਿ ਉੱਥੇ ਕਿਵੇਂ ਸੀ। ਜੇ ਝੂਠ ਬੋਲੇਂਗੀ ਤਾਂ ਗੁਨੇਗਾਰ ਬਣੇਗੀ, ਜੇ ਤੂੰ ਸੱਚ ਦੱਸਿਆ। ਜਿਹੜੇ ਗੁਰੂ ਨਾਨਕ ਦੇ ਘਰ ਦਾ ਅਸੂਲ ਆ, ਕਈ ਗੱਲਾਂ ਦਾ ਪਰਦਾ ਰੱਖਣਾ। ਫਿਰ ਜੇ ਉਹ ਖੋਲ੍ਹਣੀ ਆ, ਲੋਕਾਂ ਨੇ ਬੜੇ ਤਰ੍ਹਾਂ ਸ਼ੰਕੇ
ਕਿ ਪਹੁੰਚੇ ਨਹੀਂ, ਮਨ ਸ਼ੰਕਾ ਵਿੱਚ ਤੇ ਹਾਸਾ ਕਰਨਗੇ। ਹੁਣ ਅਸੀਂ ਚਾਹੁੰਦੇ ਹਾਂ ਤੂੰ ਸਰੀਰ ਤਿਆਗ ਦੇ। ਰਾਮ ਕੀ ਦੀ ਅੱਖਾਂ ਵਿੱਚ ਜਲ ਆ ਗਿਆ ਤੇ ਬੇਨਤੀ ਕੀਤੀ, ਮੇਰੇ ਮਨ ਦੀ ਇੱਛਾ ਸੀ ਕਿ ਮੈਂ ਆਪ ਜੀ ਦੇ ਨਾਲ ਸਰੀਰ ਤਿਆਗਾਂ। ਕਿਹਾ ਠੀਕ ਹੈ ਰਾਮ ਕੀ, ਹੁਣ ਤੂੰ ਚੱਲੀ ਆ, ਤੂੰ ਪਹੁੰਚਣਾ ਗੁਰੂ ਨਾਨਕ ਦੇ ਚਰਨਾਂ ਵਿੱਚ। ਤੇਰਾ ਦੁਸਹਿਰਾ ਕਰਕੇ ਤੇ ਅੱਜ ਤੋਂ 13ਵੇਂ ਦਿਨ ਤੈਨੂੰ ਮੈਂ ਉੱਪਰ ਆ ਕੇ ਮਿਲੂੰਗਾ। ਦੋਨਾਂ ਨੇ ਹੱਥੀਂ ਚਿਖਾ ਚਿਣੀ, ਭਗਤ ਜੱਲਣ ਜੀ ਨੇ ਤੇ ਰਾਮ ਕੀ ਨੇ। 7 ਵਚਨ ਕਰ ਦਿੱਤਾ। ਮਾਈ ਰਾਮ ਕੀ ਨੇ ਭਗਤ ਜੱਲਣ ਜੀ ਦੇ ਆਪਦੇ ਘਰ ਵਾਲੇ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੇ, ਚਿਖਾ ਤੇ ਪਈ ਤੇ ਸਰੀਰ ਤਿਆਗ ਦਿੱਤਾ। ਅੱਜ ਦਿਨ 13ਵਾਂ ਆ ਗਿਆ। ਆਪਦੇ ਨਗਰ ਦੇ ਵਿੱਚ ਦੁਸਹਿਰਾ ਢਾਲਾ, ਪਿੰਡ ਵਾਲਿਆਂ ਨੂੰ ਪਤਾ ਸੀ ਵੀ ਅੱਜ ਦਿਨ 13ਵਾਂ ਆ ਗਿਆ ਤੇ ਅਸੀਂ ਕੋਈ ਵਚਨ ਲੈ ਲਈਏ। ਜਿਹੜਾ ਤਲਾਅ ਸੀ ਜਿਹਦੇ ਵਿੱਚ ਉਹ ਇਸ਼ਨਾਨ ਕਰਿਆ ਕਰਦੇ, ਸਾਰਿਆਂ ਨੂੰ ਵਚਨ ਕੀਤੇ ਨੇ ਤੇ ਗੁਰੂ ਨਾਨਕ ਦੇ ਚਰਨਾਂ ਦੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੀਂ ਦੀ ਸੇਵਾ ਕਰਨੀਆਂ ਤੇ ਖੁਸ਼ੀਆਂ ਲੈਣੀਆਂ। ਤੇ ਕਹਿੰਦੇ ਫਿਰ ਤੁਸੀਂ ਵਚਨ ਸੁਣਿਆ ਹੋਣਾ, ਸੂਰਜ ਕਿਰਨ ਮਿਲੀ ਜਲ ਕਾ ਜਲ ਹੋ ਆਰਾ। ਕਹਿੰਦੇ ਤੁਹਾਨੂੰ ਇਹ ਪੰਕਤੀ ਸਿੱਧ ਕਰਕੇ ਤੇ ਅਸੀਂ ਜਾਣ ਲੱਗੇ ਹਾਂ। ਦੇਖਦੇ ਹਾਂ ਸਾਹਮਣੇ ਉਸ ਤਲਾਬ ਵਿੱਚ ਬੜੇ ਤੇ ਸਿਰਫ ਜਲਦਾ ਦਿਸਦਾ ਰਹਿ ਗਿਆ, ਸਰੀਰ ਮਿਲਿਆ ਨਹੀਂ। ਬੰਦਗੀ ਵਾਲਿਆਂ ਦੀ ਖੇਡ ਵੱਡੀ ਹੈ।